Dear students, welcome to Amrit Senior Secondary School. ਪਿਆਰੇ ਵਿਦਿਆਰਥੀਓ, ਅੱਜ ਮੈਂ ਤੁਹਾਨੂੰ 8ਵੀਂ ਕਲਾਸ ਦੀ ਵਿਗਿਆਨ ਦੀ ਪਾਠ ਪੁਸਤਕ ਦਾ ਚੈਪਟਰ ਨੰਬਰ 4 ਪਦਾਰਥ, ਧਾਤਾਂ ਅਤੇ ਅਧਾਤਾਂ ਦੀ ਪਹਿਲੀ ਵੀਡੀਓ ਕਰਵਾਉਣ ਜਾ ਰਹੀ ਹਾਂ, ਜੋ ਕਿ ਤੁਹਾਡੀ ਬੁੱਕ ਦਾ ਪੇਜ ਨੰਬਰ 44 ਤੋਂ ਲੈ ਕੇ 48 ਦੇ ਵਿਚਕਾਰ ਹੈ। ਅਸੀਂ ਅੱਜ ਗੱਲ ਕਰਾਂਗੇ ਕਿਹੜੀਆਂ ਚੀਜ਼ਾਂ ਨੂੰ ਧਾਤਾਂ ਆਖਦੇ ਹਨ ਤੇ ਕਿਹੜੀਆਂ ਨੂੰ ਅਧਾਤਾਂ ਆਖਦੇ ਹਨ। ਅਸੀਂ ਆਪਣੇ ਆਲੇ ਦੁਆਲੇ ਵਿੱਚ ਕਈ ਤਰ੍ਹਾਂ ਦੇ ਪਦਾਰਥ ਵੇਖਦੇ ਹਾਂ। ਪਲਾਸਟਿਕ, ਲੱਕੜੀ, ਤਾਂਬਾ, ਆਇਰਨ, ਐਲੂਮੀਨੀਅਮ, ਮੈਗਨੀਸ਼ੀਅਮਸ, ਕੈਲਸ਼ੀਅਮਸ, ਠੀਕ ਹੈ ਜੀ। ਅਤੇ ਇਹਨਾਂ ਨੂੰ ਅਸੀਂ ਕੀ ਆਖਦੇ ਹਨ, ਇਹਨਾਂ ਨੂੰ ਅਸੀਂ ਕਿਹੜੀ ਕਿਹੜੀ ਸ਼੍ਰੇਣੀ ਵਿੱਚ ਵੰਡ ਸਕਦੇ ਹਾਂ। ਅਸੀਂ ਅੱਜ ਇਹਨਾਂ ਬਾਰੇ ਹੀ ਗੱਲ ਕਰਾਂਗੇ ਕਿ ਕਿਹਨਾਂ ਨੂੰ ਅਧਾਤਾਂ ਆਖਾਂਗੇ ਅਤੇ ਕਿਹਨਾਂ ਨੂੰ ਧਾਤਾਂ ਆਖਦੇ ਹਾਂ। ਅਸੀਂ ਇਹਨਾਂ ਨੂੰ ਕਿਸ ਤਰ੍ਹਾਂ ਇਹਨਾਂ ਦੀ ਵੱਖਰੀਆਂ ਵੱਖਰੀਆਂ ਸ਼੍ਰੇਣੀਆਂ ਵਰਗਾਂ ਵਿੱਚ ਵੰਡਦੇ ਹਾਂ। ਆਓ ਸ਼ੁਰੂ ਕਰਦੇ ਹਾਂ ਜੀ। ਧਾਤਾਂ ਜਿਹੜੇ ਪਦਾਰਥ ਕਠੋਰ, ਚਮਕੀਲੇ, ਕੁਟੀਨਯੋਗ, ਖਿਚੀਨਯੋਗ, ਧੁਨਿਕ ਅਤੇ ਤਾਪ ਤੇ ਬਿਜਲੀ ਦੇ ਸੁਚਾਲਕ ਹੁੰਦੇ ਹਨ, ਉਹਨਾਂ ਨੂੰ ਧਾਤਾਂ ਆਖਦੇ ਹਨ। ਕਹਿੰਦਾ ਜਿਹੜੇ ਪਦਾਰਥ ਕਠੋਰ ਹੁੰਦੇ ਹੋਣਗੇ, ਚਮਕੀਲੇ ਨੇ, ਜਿਹਨੂੰ ਖਿੱਚ ਸਕਦੀਆਂ ਜਾਂ ਕੁੱਟ ਸਕਦੇ ਆ, ਠੀਕ ਹੈ ਜੀ, ਜਿਨ੍ਹਾਂ ਵਿੱਚੋਂ ਆਵਾਜ਼ ਪੈਦਾ ਹੁੰਦੀ ਹੈ, ਜਿਹੜੇ ਤਾਪ ਤੇ ਬਿਜਲੀ ਦੇ ਸੁਚਾਲਕ ਨੇ, ਉਹਨਾਂ ਨੂੰ ਕੀ ਬੋਲਦੇ ਨੇ ਜੀ? ਧਾਤਾਂ ਆਖਦੇ ਹਨ। ਉਦਾਹਰਨ ਆਇਰਨ, ਲੋਹਾ, ਕਾਪਰ, ਤਾਂਬਾ, ਐਲੂਮੀਨੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਆਦਿ। ਇਹ ਸਾਰੇ ਕੀ ਨੇ ਜੀ? ਕਠੋਰ ਨੇ, ਚਮਕੀਲੇ ਨੇ। ਸੋਡੀਅਮ ਅਤੇ ਪੋਟਾਸ਼ੀਅਮ ਧਾਤਾਂ ਨਰਮ ਹੁੰਦੀਆਂ ਹਨ। ਸੋਡੀਅਮ ਅਤੇ ਪੋਟਾਸ਼ੀਅਮ ਉਹਦਾ ਧਾਤਾਂ ਦੇ ਵਿੱਚ ਹੀ ਹੈ, ਪਰ ਇਹ ਨਰਮ ਹੁੰਦੇ ਨੇ। ਇਹਨਾਂ ਦੀ ਕਠੋਰ ਦੀ ਬਸ ਇਹਨਾਂ ਦੇ ਅੰਦਰ ਉਹ ਗੁਣ ਨਹੀਂ ਹੁੰਦਾ, ਬਾਕੀ ਸਾਰੇ ਗੁਣ ਧਾਤਾਂ ਵਾਲੇ ਹੁੰਦੇ ਨੇ। ਇਸ ਕਰਕੇ ਅਸੀਂ ਇਹਨੂੰ ਧਾਤਾਂ ਦੇ ਵਰਗਾਂ ਵਿੱਚ ਰੱਖਦੇ ਹਾਂ। ਅੱਗੋਂ ਗੱਲ ਕਰਦੇ ਹਾਂ ਜੀ ਅਧਾਤਾਂ। ਜਿਹੜੇ ਪਦਾਰਥ ਨਰਮ ਤੇ ਗੈਸ ਦੀ ਅਵਸਥਾ ਵਿੱਚ ਹੁੰਦੇ ਹਨ, ਜਿਨ੍ਹਾਂ ਨੂੰ ਕੁੱਟਿਆ ਨਹੀਂ ਜਾ ਸਕਦਾ ਅਤੇ ਬਿਜਲੀ ਤੇ ਤਾਪ ਦੇ ਕੁਚਾਲਕ ਹੁੰਦੇ ਹਨ, ਉਹਨਾਂ ਨੂੰ ਅਧਾਤਾਂ ਆਖਦੇ ਹਨ। ਕਹਿੰਦਾ ਜਿਹੜੇ ਪਦਾਰਥ ਤੇ ਕਠੋਰ ਸੀ ਉਹਦੇ ਧਾਤਾਂ ਹੋ ਗਏ। ਜਿਹੜੇ ਪਦਾਰਥ ਨਰਮ ਹੁੰਦੇ ਹੋਣਗੇ, ਜਿਨ੍ਹਾਂ ਨੂੰ ਖਿੱਚ ਨਹੀਂ ਸਕਦੇ, ਠੀਕ ਹੈ, ਜਿਨ੍ਹਾਂ ਨੂੰ ਕੁੱਟ ਨਹੀਂ ਸਕਦੇ, ਉਹਨਾਂ ਨੂੰ ਕੀ ਕਹਿੰਦੇ ਨੇ ਜੀ? ਅਧਾਤਾਂ ਆਖਦੇ ਨੇ। ਧਾਤਾਂ ਤਕਰੀਬਨ ਸਾਰੀਆਂ ਕਠੋਰ ਹੁੰਦੀਆਂ ਨੇ, ਮਜ਼ਬੂਤ ਹੁੰਦੀਆਂ ਨੇ, ਪਰ ਅਧਾਤਾਂ ਕੀ ਹੁੰਦੇ ਨੇ? ਗੈਸ ਵੀ ਅਵਸਥਾ ਵਿੱਚ ਵੀ ਹੁੰਦੀਆਂ ਨੇ, ਠੀਕ ਹੈ ਜੀ, ਅਤੇ ਇਹ ਠੋਸ ਵੀ ਹੁੰਦੀਆਂ ਨੇ, ਦਰਵ ਵੀ ਹੁੰਦੀਆਂ ਨੇ। ਇਹਨਾਂ ਨੂੰ ਕੀ ਬੋਲਦੇ ਨੇ? ਅਧਾਤਾਂ। ਉਦਾਹਰਨ ਸਲਫਰ, ਕਾਰਬਨ, ਆਕਸੀਜਨ, ਫਾਸਫੋਰਸ ਆਦਿ। ਇਹ ਸੀ ਧਾਤਾਂ ਤੇ ਅਧਾਤਾਂ। ਅੱਗੋਂ ਗੱਲ ਕਰਦੇ ਹਾਂ ਜੀ ਧਾਤਾਂ ਤੇ ਅਧਾਤਾਂ ਦੇ ਭੌਤਿਕ ਗੁਣ। ਭੌਤਿਕ ਗੁਣ ਕਿਹੜੇ ਹੁੰਦੇ ਹੋਣਗੇ? ਫਿਜ਼ੀਕਲ ਪ੍ਰੋਪਰਟੀਜ਼ ਕਿਹੜੀਆਂ ਨੇ ਉਹਨਾਂ ਦੀਆਂ। ਅਸੀਂ ਕਿੰਨਾਂ ਚੀਜ਼ਾਂ ਨੂੰ ਹੱਥ ਲਾ ਕੇ ਦੱਸ ਸਕਦੇ ਹਾਂ ਜੀ ਕਿ ਇਹ ਚੀਜ਼ਾਂ ਧਾਤਾਂ ਨੇ ਅਤੇ ਕਿਹੜੀਆਂ ਅਧਾਤਾਂ ਨੇ। ਇਹਨਾਂ ਦੇ ਵਿੱਚ ਦੋ ਤਰ੍ਹਾਂ ਦੇ ਗੁਣ ਹੁੰਦੇ, ਇੱਕ ਰਸਾਇਣਿਕ ਗੁਣ ਅਤੇ ਇੱਕ ਭੌਤਿਕ ਗੁਣ। ਰਸਾਇਣਿਕ ਗੁਣ ਉਹ ਹੁੰਦੇ ਨੇ ਜਿਨ੍ਹਾਂ ਨਾਲ ਉਹ ਕਿਰਿਆ ਕਰਦੀਆਂ ਨੇ, ਜਿਨ੍ਹਾਂ ਨਾਲ ਉਹਨਾਂ ਪ੍ਰਤੀਕਿਰਿਆ ਕੋਈ ਹੁੰਦੀ ਹੈ, ਉਹਨਾਂ ਨੂੰ ਬੋਲਦੇ ਨੇ ਰਸਾਇਣਿਕ ਕਿਰਿਆ। ਧਾਤਾਂ ਤੇ ਅਧਾਤਾਂ ਵਿੱਚ ਅੰਤਰ ਉਹਨਾਂ ਦੇ ਭੌਤਿਕ ਅਤੇ ਰਸਾਇਣਿਕ ਗੁਣਾਂ ਦੇ ਆਧਾਰ 'ਤੇ ਕੀਤਾ ਜਾਂਦਾ ਹੈ। ਧਾਤਾਂ ਦੇ ਅਧਾਤਾਂ ਦੇ ਭੌਤਿਕ ਗੁਣ ਹਨ। ਨੰਬਰ 1 ਕੁਟੀਨਯੋਗਤਾ। ਕੁਟੀਨਯੋਗਤਾ ਕੀ ਹੁੰਦਾ? ਉਹਦੇ ਨਾਮ ਤੋਂ ਪਤਾ ਲੱਗ ਰਿਹਾ ਜੀ, ਕੁਟੀਨਯੋਗਤਾ ਕਿਸੇ ਚੀਜ਼ ਨੂੰ ਕੁੱਟਣ ਦੀ ਯੋਗਤਾ ਕਿੰਨੀ ਹੋਏਗੀ। ਧਾਤਾਂ ਦਾ ਗੁਣ ਜਿਸ ਦੇ ਕਾਰਨ ਉਹਨਾਂ ਨੂੰ ਕੁੱਟ ਕੇ ਸ਼ੀਟ, ਚਾਦਰਾਂ ਵਿੱਚ ਪਰਿਵਰਤਿਤ ਕੀਤਾ ਜਾ ਸਕਦਾ ਹੈ, ਉਸ ਨੂੰ ਕੁਟੀਨਯੋਗਤਾ ਕਹਿੰਦੇ ਹਨ। ਕਹਿੰਦਾ ਧਾਤਾਂ ਦੇ ਅੰਦਰ ਗੁਣ ਹੈਗਾ ਜੀ, ਉਸ ਨੂੰ ਜਿੰਨਾ ਮਰਜ਼ੀ ਕੁੱਟੀ ਜਾਓ, ਕੁੱਟ ਕੇ ਚਾਦਰਾਂ ਬਣ ਜਾਣ, ਉਹਨੂੰ ਕੀ ਬੋਲਦੇ ਨੇ? ਕੁਟੀਨਯੋਗ। ਜਿਸ ਤਰ੍ਹਾਂ ਮੰਨ ਲਓ ਧਾਤਾਂ ਦੀ ਗੱਲ ਕੀਤੀ ਹੈ ਜੀ, ਆਇਰਨ ਹੈ, ਕਾਪਰ ਹੈ, ਐਲੂਮੀਨੀਅਮ ਹੈ, ਇਹਨੂੰ ਅਸੀਂ ਕੁੱਟ ਸਕਦੇ ਹਾਂ। ਹਾਂਜੀ, ਇਹਨੂੰ ਅਸੀਂ ਕੁੱਟ ਸਕਦੇ ਹਾਂ, ਕੁੱਟ ਕੇ ਕੋਈ ਵੀ ਸ਼ੇਪ ਦੇ ਸਕਦੇ ਹਾਂ। ਜੇਕਰ ਕੋਈ ਆਇਰਨ ਲੋਹਾ ਦੀ ਸਾਨੂੰ ਇਸ ਤਰ੍ਹਾਂ ਦੀ ਸ਼ੇਪ 'ਚ ਹੈਗਾ, ਇਹਨੂੰ ਕੁੱਟਾਂਗੇ ਤਾਂ ਕੀ ਹੋ ਜਾਏਗਾ? ਨਰਮ ਹੋ ਜਾਏਗੀ, ਠੀਕ ਹੈ, ਚਾਦਰ ਬਣ ਜਾਏਗੀ, ਪਤਲੀ ਸ਼ੀਟ ਬਣ ਜਾਏਗੀ। ਉਹ ਕੀ ਹੋ ਗਿਆ ਜੀ? ਕੁਟੀਨਯੋਗਤਾ। ਅਧਾਤਾਂ ਜਿਵੇਂ ਕਾਰਬਨ, ਕੋਲੇ ਦਾ ਟੁਕੜਾ, ਲੱਕੜੀ ਦਾ ਆਦਿ ਹੋਵੇ, ਇਹਨੂੰ ਅਸੀਂ ਕੁੱਟ ਸਕਦੇ ਹਾਂ? ਨਹੀਂ। ਜੇਕਰ ਅਸੀਂ ਕੋਲੇ ਨੂੰ ਕੁੱਟਣ ਦੀ ਕੋਸ਼ਿਸ਼ ਕਰਾਂਗੇ, ਕੋਲੇ ਦੇ ਉੱਪਰ ਇੱਕ ਹਥੌੜੀ ਮਾਰਾਂਗੇ ਤਾਂ ਕੀ ਹੋ ਜਾਏਗਾ? ਉਹ ਚੂਰਾ ਬਣ ਜਾਏਗਾ। ਇਸ ਕਰਕੇ ਉਸਨੂੰ ਕੁੱਟ ਨਹੀਂ ਸਕਦੇ। ਕਹਿੰਦਾ ਲੱਕੜੀ ਆਦਿ, ਲੱਕੜੀ ਨੂੰ ਕੁੱਟ ਨਹੀਂ ਸਕਦੇ, ਜੇ ਕੁੱਟਾਂਗੇ ਤਾਂ ਉਹ ਕੀ ਟੁੱਟ ਜਾਏਗੀ ਅਤੇ ਚੂਰਾ ਚੂਰੀ ਹੋ ਜਾਏਗੀ। ਇਸ ਕਰਕੇ ਕਹਿ ਸਕਦੇ ਹਾਂ ਅਧਾਤਾਂ ਕੁਟੀਨਯੋਗ ਨਹੀਂ ਹੁੰਦੀਆਂ। ਤਾਪ ਤੇ ਬਿਜਲੀ ਦੇ ਸੁਚਾਲਕ, ਕੁਚਾਲਕ। ਧਾਤਾਂ ਜਿਵੇਂ ਤਾਂਬਾ, ਆਇਰਨ, ਐਲੂਮੀਨੀਅਮ ਦੀ ਵਰਤੋਂ ਤਾਰਾਂ ਬਣਾਉਣ ਲਈ ਕੀਤੀ ਜਾਂਦੀ ਹੈ। ਕਹਿੰਦਾ ਜੀ ਇਹਨਾਂ ਦੀ ਵਰਤੋਂ ਆਪਾਂ ਤਾਰਾਂ ਬਣਾਉਣ ਲਈ ਕਰਦੇ ਹਾਂ। ਕਿਉਂ ਕਰਦੇ ਹਾਂ ਜੀ? ਕਿਉਂਕਿ ਤਾਰਾਂ ਦੇ ਵਿੱਚੋਂ ਕਰੰਟ ਦਾ ਪ੍ਰਵਾਹ ਹੋ ਸਕੇ, ਤਾਂ ਹੀ ਸਾਨੂੰ ਬਿਜਲੀ ਮਿਲੇਗੀ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਜੀ ਧਾਤਾਂ ਕੀ ਨੇ? ਤਾਪ ਤੇ ਬਿਜਲੀ ਦੀਆਂ ਸੁਚਾਲਕ ਨੇ, ਆਪਣੇ ਅੰਦਰ ਬਿਜਲੀ ਨੂੰ ਲੰਘਣ ਦਿੰਦੇ ਹਨ। ਪਰੰਤੂ ਧਾਤਾਂ ਜਿਵੇਂ ਲੱਕੜੀ ਹੋ ਗਿਆ, ਕਾਰਬਨ ਹੋ ਗਿਆ, ਆਕਸੀਜਨ ਹੋ ਗਿਆ, ਇਹਨਾਂ ਅੰਦਰੋਂ ਇਹ ਗੈਸ ਦੀ ਅਵਸਥਾ ਵਿੱਚ ਨੇ, ਇਹਨਾਂ ਦੇ ਅੰਦਰੋਂ ਬਿਜਲੀ ਨਹੀਂ ਲੰਘ ਸਕਦੀ। ਲੱਕੜੀ ਅੰਦਰੋਂ ਬਿਜਲੀ ਲੰਘ ਸਕਦੀ ਹੈ? ਨਹੀਂ ਜੀ। ਇਸ ਕਰਕੇ ਇਹ ਕੀ ਨੇ ਜੀ? ਇਹ ਬਿਜਲੀ ਦੇ ਤਾਪ ਦੇ ਕੁਚਾਲਕ ਹਨ। ਖਿਚੀਨਯੋਗਤਾ। ਧਾਤਾਂ ਦਾ ਉਹ ਗੁਣ ਜਿਸ ਨਾਲ ਉਹਨਾਂ ਨੂੰ ਖਿੱਚ ਕੇ ਤਾਰਾਂ ਵਿੱਚ ਪਰਿਵਰਤਿਤ ਕੀਤਾ ਜਾਂਦਾ ਹੈ, ਉਸ ਨੂੰ ਖਿਚੀਨਯੋਗਤਾ ਕਹਿੰਦੇ ਹਨ। ਕਹਿੰਦਾ ਜੀ ਧਾਤਾਂ ਅੰਦਰ ਉਹ ਗੁਣ ਕਿ ਉਹਨਾਂ ਨੂੰ ਖਿੱਚ ਕੇ ਕੋਈ ਵੀ ਸ਼ੇਪ ਦਿੱਤੀ ਜਾ ਸਕੇ, ਤਾਰਾਂ ਬਣਾ ਸਕਦੇ ਹੋ, ਲੰਬਾ ਕਰ ਸਕਦੇ ਹੋਈਏ, ਉਹਨੂੰ ਕੀ ਬੋਲਦੇ ਨੇ? ਖਿਚੀਨਯੋਗਤਾ। ਪਰੰਤੂ ਅਧਾਤਾਂ
ਆਕਸੀਜਨ ਸਲਫਰ ਤੇ ਕਾਰਬਨ ਆਦि ਨੂੰ ਖਿੱਚ ਨਹੀਂ ਸਕਦੇ ਤੇ ਨਾ ਹੀ ਤਾਰਾਂ ਆਦि ਬਣਾ ਸਕਦੇ ਹਾਂ। ਧਾਤਾਂ ਦੇ ਕੋਲ ਇੱਕ ਸਿਰਫ ਗੁਣ ਹੈਗਾ ਜੀ, ਇਹਨੂੰ ਖਿੱਚ ਕੇ ਕੋਈ ਵੀ ਸ਼ੇਪ ਦੇ ਸਕਦੇ ਹਾਂ। ਧਾਤਾਂ ਨੂੰ ਅਸੀਂ ਖਿੱਚ ਕੇ ਤਾਰਾਂ ਨਹੀਂ ਬਣਾ ਸਕਦੇ। ਅੱਗੋਂ ਗੱਲ ਕਰਦੇ ਹਾਂ ਜੀ ਕਠੋਰ ਧਾਤਾਂ ਜਿਵੇਂ ਕਾਪਰ, ਤਾਂਬਾ ਤੇ ਆਇਰਨ ਆਦਿ ਇਹ ਕਠੋਰ ਤੇ ਮਜ਼ਬੂਤ ਹੁੰਦੀਆਂ ਹਨ। ਸਾਨੂੰ ਸਾਰਿਆਂ ਨੂੰ ਪਤਾ ਹੈ ਜੀ ਲੋਹਾ ਵੀ ਕਾਫੀ ਮਜ਼ਬੂਤ ਹੁੰਦਾ ਹੈ, ਠੀਕ ਹੈ ਜੀ, ਤਾਂਬਾ ਵੀ ਕਾਫੀ ਮਜ਼ਬੂਤ ਹੁੰਦਾ ਹੈ, ਪਰੰਤੂ ਸੋਡੀਅਮ ਪੋਟਾਸ਼ੀਅਮ ਧਾਤਾਂ ਨਰਮ ਹੁੰਦੀਆਂ ਨੇ। ਸੋਡੀਅਮ ਤੇ ਹੈ ਤੇ ਉਹ ਵੀ ਧਾਤ ਹੀ ਹੈ ਨਾ, ਤੇ ਪੋਟਾਸ਼ੀਅਮ ਵੀ ਹੈ, ਉਹ ਇੰਨੀ ਨਰਮ ਹੁੰਦੀ ਹੈ ਕਿ ਅਸੀਂ ਇਹਨੂੰ ਚਾਕੂ ਨਾਲ ਵੀ ਕੱਟ ਸਕਦੇ ਹਾਂ। ਇਸ ਕਰਕੇ ਇਹਨਾਂ ਇੰਨੀਆਂ ਜ਼ਿਆਦਾ ਨਰਮ ਧਾਤਾਂ ਹੁੰਦੀਆਂ ਨੇ। ਧਾਤਾਂ ਠੋਸ ਅਵਸਥਾ ਵਿੱਚ ਉਪਲਬਧ ਹੁੰਦੀਆਂ ਹਨ, ਪਰੰਤੂ ਮਰਕਰੀ ਨੂੰ ਛੱਡ ਕੇ ਇਹ ਕਮਰੇ ਤਾਪਮਾਨ ਤੇ ਦ੍ਰਵ ਅਵਸਥਾ ਵਿੱਚ ਹੁੰਦੀ ਹੈ। ਕਹਿੰਦਾ ਜੀ ਸਾਰੀਆਂ ਧਾਤਾਂ ਠੋਸ ਹੁੰਦੀਆਂ ਨੇ, ਠੀਕ ਹੈ, ਠੋਸ ਦਾ ਮਤਲਬ ਕਾਫੀ ਜ਼ਿਆਦਾ ਹਾਰਡ ਹੁੰਦੀਆਂ ਨੇ, ਮਜ਼ਬੂਤ ਹੁੰਦੀਆਂ ਨੇ, ਜਦੋਂ ਟੱਚ ਕਰ ਸਕਦੇ ਹੋਈਏ। ਪਰ ਕਹਿੰਦਾ ਜੀ ਪਰ ਮਰਕਰੀ ਇੱਕ ਇਹੋ ਜਿਹੀ ਧਾਤ ਹੈ ਜਿਹੜੀ ਕਿ ਰੂਮ ਟੈਂਪਰੇਚਰ ਦੇ ਉੱਪਰ ਲਿਕੁਇਡ ਹੁੰਦੀ ਹੈ। ਤੁਸੀਂ ਮਰਕਰੀ ਸਾਰਿਆਂ ਨੇ ਵੇਖੀ ਹੋਏਗੀ। ਤੁਸੀਂ ਆਪਣੇ ਜੋ ਬਿਮਾਰ ਹੁੰਦੇ ਹੋ ਡਾਕਟਰ ਤੁਹਾਨੂੰ ਥਰਮਾਮੀਟਰ ਦਿੰਦਾ ਹੈ, ਥਰਮਾਮੀਟਰ ਦੇ ਵਿੱਚ ਜਿਹੜਾ ਪਾਣੀ ਪਾਇਆ ਜਾਂਦਾ ਉਹਨੂੰ ਕੀ ਕਹਿੰਦੇ ਨੇ, ਮਰਕਰੀ ਹੈ। ਤੁਸੀਂ ਵੇਖਿਆ ਹੀ ਹੋਵੇਗਾ ਜੀ ਉਹ ਕੀ ਹੁੰਦੀ ਹੈ, ਪਾਣੀ ਦੀ ਫਾਰਮ 'ਚ ਹੁੰਦੀ ਹੈ। ਇਸ ਕਰਕੇ ਉਹ ਕਹਿੰਦਾ ਹੈ ਜੀ ਸਿਰਫ ਉਹੀ ਦ੍ਰਵ ਅਵਸਥਾ ਵਿੱਚ ਹੁੰਦੀ ਹੈ, ਬਾਕੀ ਸਾਰੀਆਂ ਧਾਤਾਂ ਠੋਸ ਹੁੰਦੀਆਂ ਨੇ। ਧਾਤਾਂ ਤਿੰਨਾਂ ਅਵਸਥਾ ਵਿੱਚ ਮੌਜੂਦ ਹੁੰਦੀਆਂ ਨੇ, ਠੋਸ, ਦ੍ਰਵ ਅਤੇ ਤਰਲ। ਕਹਿੰਦਾ ਧਾਤਾਂ ਕਿਹੜੀਆਂ ਨੇ, ਸਾਰੀਆਂ ਅਵਸਥਾ ਵਿੱਚ ਪਾਈ ਜਾਂਦੀਆਂ ਨੇ, ਠੋਸ ਵੀ ਹੋ ਸਕਦੀਆਂ, ਦ੍ਰਵ ਵੀ ਹੋ ਸਕਦੀਆਂ, ਗੈਸ ਵੀ ਹੋ ਸਕਦੀਆਂ ਨੇ। ਚਮਕੀਲੇ ਧਾਤਾਂ ਤਾਂ ਆਮ ਤੌਰ 'ਤੇ ਚਮਕੀਲੀ ਸਤ੍ਹਾ ਵਾਲੀਆਂ ਹੁੰਦੀਆਂ ਹਨ। ਕਹਿੰਦਾ ਚਮਕੀਲੇ, ਕਹਿੰਦਾ ਜੀ ਧਾਤਾਂ ਦੇ ਵਿੱਚ ਕੀ ਹੁੰਦਾ, ਆਪਣੀ ਚਮਕ ਹੁੰਦੀ ਹੈ। ਧਾਤਾਂ ਦੀ ਸਤ੍ਹਾ ਦੇ ਉੱਪਰ ਆਪਣੀ ਚਮਕ ਹੁੰਦੀ ਹੈ, ਜਿਸ ਤਰ੍ਹਾਂ ਲੋਹੇ ਦੀ ਹੈ, ਵੇਖਿਆ ਹੋਊਗਾ ਲੋਹੇ ਦੀ ਚੀਜ਼ਾਂ ਦੀ ਆਪਣੀ ਚਮਕ ਹੁੰਦੀ ਹੈ। ਤਾਂਬੇ ਦੀ ਚੀਜ਼ ਉਹਦੀ ਆਪਣੀ ਚਮਕ ਹੈ, ਠੀਕ ਹੈ ਜੀ। ਐਲੂਮੀਨੀਅਮ ਦੀ ਵੀ ਹੈ ਚਮਕ ਹੈਗੀ ਹੈ, ਉਹ ਤੋਂ ਪਤਾ ਚੱਲਦਾ ਹੈ ਜੀ ਕਿ ਐਲੂਮੀਨੀਅਮ ਦੀ ਚੀਜ਼ ਹੈ। ਧਾਤਾਂ ਦੀ ਆਪਣੀ ਚਮਕ ਹੁੰਦੀ ਹੈ, ਜਿਵੇਂ ਆਇਰਨ, ਤਾਂਬਾ, ਚਾਂਦੀ, ਸੋਨਾ ਆਦਿ, ਪਰ ਧਾਤਾਂ ਚਮਕੀਲੀਆਂ ਨਹੀਂ ਹੁੰਦੀਆਂ। ਕਹਿੰਦਾ ਧਾਤਾਂ ਦੀ ਕੋਈ ਚਮਕ ਨਹੀਂ ਹੁੰਦੀ, ਜਿਸ ਤਰ੍ਹਾਂ ਕਾਰਬਨ ਦੀ ਚਮਕ ਹੁੰਦੀ ਕੋਈ ਨਹੀਂ ਜੀ। ਜੇਕਰ ਕੋਲੇ ਦੀ ਗੱਲ ਕੀਤੀ ਜਾਵੇ, ਕੋਲੇ ਦੀ ਚਮਕ ਹੁੰਦੀ ਹੈ ਨਹੀਂ। ਪਰ ਆਇਓਡੀਨ ਤੇ ਗ੍ਰੇਫਾਈਟ ਨੂੰ ਛੱਡ ਕੇ ਆਇਓਡੀਨ ਦੀ ਚਮਕ ਹੁੰਦੀ ਹੈ। ਗ੍ਰੇਫਾਈਟ ਕਿਹੜੀ ਹੁੰਦੀ ਹੈ ਜੀ, ਪੈਨਸਲ ਦੀ ਲਿਡ, ਜਿਹੜਾ ਸੀ ਪੈਨਸਲ ਦਾ ਸਿੱਕਾ ਹੁੰਦਾ ਉਹ ਕਾਹਦਾ ਬਣਿਆ ਹੁੰਦਾ, ਗ੍ਰੇਫਾਈਟ ਦਾ ਬਣਿਆ ਹੁੰਦਾ। ਉਹਨੂੰ ਕੀ ਕਹਿੰਦੇ ਨੇ ਜੀ, ਗ੍ਰੇਫਾਈਟ। ਜਿਵੇਂ ਆਹ ਕੀ ਹੈ ਜੀ, ਇਹ ਕੀ ਹੈ, ਗ੍ਰੇਫਾਈਟ, ਜਿਹਨੂੰ ਬਹੁਤ ਜ਼ਿਆਦਾ ਸ਼ਾਰਪ ਕਰਦੀ ਦੀ ਆਪਣੀ ਆਪ ਚਮਕ ਬਣ ਜਾਂਦੀ ਹੈ, ਇਸ ਕਰਕੇ ਇਹਨੂੰ ਕਹਿੰਦੇ ਆ ਜੀ ਇਹ ਵੀ ਕੀ ਹੈ, ਇੱਕ ਧਾਤ ਹੈ। ਹਾਂਜੀ, ਗੂਗਲ ਕਰਦੇ ਹਾਂ ਜੀ ਧੁਨਿਕ ਧਾਤਾਂ ਦੀਆਂ ਬਣੀਆਂ ਵਸਤੂਆਂ ਨੂੰ ਜਦੋਂ ਸਖਤ ਸਤ੍ਹਾ ਨਾਲ ਟਕਰਾਇਆ ਜਾਂਦਾ ਹੈ ਤਾਂ ਇੱਕ ਕੰਪਨ ਧੁਨੀ ਪੈਦਾ ਹੁੰਦੀ ਹੈ। ਜਿਵੇਂ ਤੁਸੀਂ ਸਕੂਲ ਦੀ ਘੰਟੀ ਤੇ ਮੰਦਿਰ ਦੀ ਘੰਟੀ ਸੁਣੀ ਹੋਵੇਗੀ। ਕਹਿੰਦਾ ਜੀ ਧਾਤਾਂ ਕੀ ਹੁੰਦੀਆਂ, ਜਦੋਂ ਕਿ ਸਖਤ ਚੀਜ਼ ਨਾਲ ਟਕਰਾਉਂਦੇ ਹਨ ਇਹਨਾਂ ਦੇ ਅੰਦਰ ਇੱਕ ਆਵਾਜ਼ ਪੈਦਾ ਹੁੰਦੀ ਹੈ, ਕੰਪਨ ਪੈਦਾ ਹੁੰਦੀ ਹੈ, ਉਹਨੂੰ ਕੀ ਕਹਿੰਦੇ ਨੇ, ਧੁਨਿਕ ਕਹਿੰਦੇ ਨੇ। ਜਿਵੇਂ ਕਿ ਲੋਹੇ ਦੀ ਚੀਜ਼ ਨੂੰ ਕਿ ਚੀਜ਼ ਨਾਲ ਟਕਰਾਓ ਆਵਾਜ਼ ਪੈਦਾ ਹੁੰਦੀ ਹੈ, ਠੀਕ ਹੈ ਜੀ। ਤਾਂਬੇ ਦੀ ਚੀਜ਼ ਨੂੰ ਟਕਰਾਓ ਆਵਾਜ਼ ਪੈਦਾ ਹੁੰਦੀ ਹੈ, ਪਿੱਤਲ ਦੀ ਚੀਜ਼ ਨੂੰ ਟਕਰਾਓ ਆਵਾਜ਼ ਪੈਦਾ ਹੁੰਦੀ ਹੈ। ਇਹ ਸਾਰੀਆਂ ਕੀ ਨੇ, ਧਾਤਾਂ ਨੇ। ਪਰ ਜੇਕਰ ਇਸ ਦੇ ਉਲਟ ਧਾਤਾਂ ਦੀ ਗੱਲ ਕੀਤੀ ਜਾਵੇ, ਕਾਰਬਨ ਹੈ, ਠੀਕ ਹੈ, ਸਲਫਰ ਹੈ, ਇਹਨੂੰ ਕਿ ਚੀਜ਼ ਨਾਲ ਟਕਰਾਓਗੇ ਤਾਂ ਕੀ ਹੋਏਗਾ, ਕੋਈ ਆਵਾਜ਼ ਨਹੀਂ ਆਏਗੀ। ਲੱਕੜ ਦੇ ਉੱਪਰ ਹੱਥ ਮਾਰੋ ਕੋਈ ਆਵਾਜ਼ ਨਹੀਂ ਆਉਂਦੀ, ਜਿੰਨੀ ਆਵਾਜ਼ ਲੋਹੇ ਦੀ ਆਉਂਦੀ ਹੈ। ਇਹਨੂੰ ਕੀ ਕਹਿੰਦੇ ਨੇ ਜੀ, ਧੁਨਿਕ ਆਖਦੇ ਹਨ। ਕਹਿੰਦਾ ਜੀ ਮੰਦਿਰ ਵਿੱਚ ਘੰਟੀਆਂ ਲੱਗੀਆਂ ਹੁੰਦੀਆਂ, ਕਾਹਦੀਆਂ ਲੱਗੀਆਂ ਹੁੰਦੀਆਂ ਹਨ, ਇਹਨਾਂ ਧਾਤਾਂ ਦੀਆਂ ਲੱਗੀਆਂ ਹੁੰਦੀਆਂ ਨੇ। ਕਦੇ ਸੋਚਿਆ ਧਾਤਾਂ ਦੀ ਘੰਟੀਆਂ ਨਹੀਂ ਲੱਗੀਆਂ, ਕਿਉਂਕਿ ਉਹਨਾਂ ਦੀ ਆਵਾਜ਼ ਨਹੀਂ ਹੁੰਦੀ, ਇਸ ਕਰਕੇ ਉਹਨਾਂ ਦੀਆਂ ਧਾਤਾਂ ਦੀ ਘੰਟੀਆਂ ਨਹੀਂ ਲਾਈ ਜਾਂਦੀਆਂ। ਧਾਤਾਂ ਤੇ ਅਧਾਤਾਂ ਦੇ ਰਸਾਇਣਿਕ ਗੁਣ। ਹੁਣ ਗੱਲ ਕਰਦੇ ਹਾਂ ਜੀ ਉਹਨਾਂ ਦੇ ਰਸਾਇਣਿਕ ਗੁਣ ਕੀ ਨੇ। ਨੰਬਰ 1, ਆਕਸੀਜਨ ਨਾਲ ਪ੍ਰਤੀਕਿਰਿਆ। ਧਾਤਾਂ ਜਦੋਂ ਆਕਸੀਜਨ ਨਾਲ ਪ੍ਰਤੀਕਿਰਿਆ ਕਰਦੀਆਂ ਤਾਂ ਕੀ ਹੁੰਦਾ ਹੈ, ਧਾਤਾਂ ਆਕਸੀਜਨ ਨਾਲ ਪ੍ਰਤੀਕਿਰਿਆ ਕਰਕੇ ਧਾਤ ਆਕਸਾਈਡ ਬਣਾਉਂਦੀਆਂ ਹਨ। ਜਦੋਂ ਵੀ ਕੋਈ ਧਾਤ ਜਾਂ ਅਧਾਤ ਆਕਸੀਜਨ ਨਾਲ ਪ੍ਰਤੀਕਿਰਿਆ ਕਰਦੀ ਹੈ ਤਾਂ ਕੀ ਬਣਦੀ ਹੈ ਜੀ, ਆਕਸਾਈਡ ਬਣਦੀ ਹੈ। ਆਮ ਤੌਰ 'ਤੇ ਧਾਤਾਂ ਦੇ ਆਕਸਾਈਡ ਖਾਰੇ ਸੁਭਾਅ ਦੇ ਹੁੰਦੇ ਹਨ। ਧਾਤਾਂ ਕਿਹੜੇ ਸੁਭਾਅ ਦੀਆਂ ਹੁੰਦੀਆਂ ਨੇ ਜੀ, ਖਾਰੇ ਸੁਭਾਅ ਦੀਆਂ ਹੁੰਦੀਆਂ ਨੇ। ਧਾਤਾਂ ਦੇ ਖਾਰੇ ਸੁਭਾਅ ਦਾ ਪਤਾ ਸਾਨੂੰ ਲਿਟਮਸ ਪੇਪਰ ਨਾਲ ਲੱਗਦਾ ਹੈ। ਸਾਨੂੰ ਕਿੱਥੋਂ ਪਤਾ ਲੱਗੇ ਕਿਹੜੀ ਚੀਜ਼ ਖਾਰੀ ਹੈ ਤੇ ਕਿਹੜੀ ਚੀਜ਼ ਅਮਲੀ ਹੈ, ਉਹ ਪਤਾ ਲੱਗਦਾ ਜੀ ਲਿਟਮਸ ਪੇਪਰ ਦੇ ਨਾਲ। ਜੰਗ ਲੱਗਣ ਦੀ ਪ੍ਰਤੀਕਿਰਿਆ ਵੀ ਦੱਸਦੀ ਹੈ ਕਿ ਧਾਤ ਆਕਸੀਜਨ ਨਾਲ ਕਿਰਿਆ ਕਰ ਰਹੀ ਹੈ। ਹਾਂਜੀ, ਕੀ ਕਾਪਰ ਨੂੰ ਵੀ ਜੰਗ ਲੱਗਦਾ ਹੈ? ਮੈਂ ਕਾਪਰ ਦੇ ਬਰਤਨਾਂ ਦੀ ਸਤ੍ਹਾ ਉੱਤੇ ਹਰਾ ਪਦਾਰਥ ਜੰਮਿਆ ਹੋਇਆ ਵੇਖਿਆ ਹੈ। ਉਹਦਾ ਕੁਐਸਚਨ ਹੈ ਜੀ ਕਾਪਰ ਨੂੰ ਵੀ ਜੰਗ ਲੱਗਦਾ? ਲੋਹੇ ਨੂੰ ਤਾਂ ਜੰਗ ਲੱਗਦਾ ਹੀ ਲੱਗਦਾ, ਠੀਕ ਹੈ ਜੀ। ਕਾਪਰ ਨੂੰ ਵੀ ਜੰਗ ਲੱਗਦਾ। ਕਹਿੰਦਾ ਕਾਪਰ ਦੇ ਉੱਪਰ ਨਾ ਅਸੀਂ ਨਾ ਉਹ ਵੇਖਿਆ ਸੀ ਹਰੇ ਰੰਗ ਦਾ ਪਦਾਰਥ ਜੰਮ ਜਾਂਦਾ ਉਹਦੇ ਉੱਪਰ। ਇਹ ਕੀ ਹੁੰਦਾ ਹੈ? ਜਦੋਂ ਕਾਪਰ ਦੇ ਬਰਤਨ ਨੂੰ ਲੰਮੇ ਸਮੇਂ ਤੱਕ ਸਿੱਲੀ ਹਵਾ ਵਿੱਚ ਖੁੱਲ੍ਹਾ ਰੱਖਿਆ ਜਾਂਦਾ ਹੈ। ਸਿੱਲੀ ਹਵਾ ਦਾ ਕੀ ਮਤਲਬ, ਖੁੱਲ੍ਹੇ ਥਾਂ 'ਤੇ ਰੱਖ ਦਿਓ ਉਹਨੂੰ ਜਿੱਥੇ ਹਵਾ ਵਗਦੀ ਹੋਵੇ, ਠੀਕ ਹੈ ਜੀ। ਸਿੱਲੀ ਹਵਾ ਦੇ ਵਿੱਚ ਕੀ ਹੁੰਦਾ, ਨਮੀ ਵੀ ਹੁੰਦੀ ਹੈ, ਹਵਾ ਵੀ ਹੁੰਦਾ, ਪਾਣੀ ਵੀ ਹੁੰਦਾ, ਉਹਨੂੰ ਬੋਲਦੇ ਸਿੱਲੀ ਹਵਾ। ਤਾਂ ਉਸ ਉੱਤੇ ਇੱਕ ਹਲਕੀ ਹਰੀ ਪਰਤ ਜੰਮ ਜਾਂਦੀ ਹੈ। ਇਹ ਹਰਾ ਪਦਾਰਥ ਕਾਪਰ ਹਾਈਡਰੋਕਸਾਈਡ ਤੇ ਕਾਪਰ ਕਾਰਬੋਨੇਟ ਦਾ ਮਿਸ਼ਰਣ ਹੁੰਦਾ ਹੈ। ਪ੍ਰਤੀਕਿਰਿਆ ਹੇਠ ਲਿਖੀ ਹੈ। ਕਹਿੰਦਾ ਜਦੋਂ ਉਹਨੂੰ ਖੁੱਲ੍ਹੀ ਥਾਂ 'ਤੇ ਰੱਖਦੇ ਆ ਹਰੇ ਰੰਗ ਦਾ ਪਦਾਰਥ ਜੰਮ ਜਾਂਦਾ, ਉਹਨੂੰ ਕੀ ਬੋਲਦੇ ਆ ਜੀ, ਕਾਪਰ ਹਾਈਡਰੋਕਸਾਈਡ ਤੇ ਕਾਪਰ ਕਾਰਬੋਨੇਟ ਕਹਿੰਦੇ ਨੇ ਜੀ। ਜਿਵੇਂ ਸਮੀਕਰਨ ਕੀ ਹੈ ਜੀ, 2Ca + H2O
प्लस CO2 प्लस O2। 2Ca की है जी कॉपर है, ठीक है जी, ਉਹਦਾ बर्तन हो गया। ओके जी, H2 पानी, CO2 की है कार्बन डाइऑक्साइड, O2 की है जी ऑक्सीजन। ये तीनों चीज़ां किहदे अंदर होंदियां ने? सिल्ली हवा दे विच होनी है। तो की बनेगा जी CaOH2 कॉपर हाइड्रोक्साइड, CO3 कॉपर कार्बोनेट। ये सारा की है जी कॉपर के उपर जो ग्रीन कलर का पदार्थ जम जाता है, ये ਉਹਦੀ समीकरण है। ਹੁਣ मैगनीशियम रिबन के जलन की प्रतिक्रिया ਨੂੰ याद करो। वो प्रतिक्रिया जी ਜਿਹੜੀ ਤੁਸੀਂ 7ਵੀਂ क्लास करके आए हो कि मैगनीशियम के रिबन ਨੂੰ ਅਸੀਂ ਸਾੜਿਆ ਸੀ, ठीक है जी, ਉਹਦੀ ਸਵਾਹ किस तरह की होएगी? मैगनीशियम रिबन ਨੂੰ ਜਲਾਉਣ ਤੇ ਮਿਲੀ ਸਵਾਹ ਨੂੰ ਪਾਣੀ ਦੇ ਘੋਲ ਵਿੱਚ ਪਾ ਕੇ ਉਸ ਦੇ ਤੇਜ਼ਾਬੀ ਖਾਰੇ ਸੁਭਾਅ ਦਾ ਪਤਾ ਕਰਨ ਲਈ ਲਿਟਮਸ ਪੇਪਰ ਦੀ ਵਰਤੋਂ ਕਰੋ। ਜੇਕਰ ਲਾਲ ਲਿਟਮਸ ਨੀਲਾ ਹੁੰਦਾ ਹੈ ਤਾਂ ਮੈਗਨੀਸ਼ੀਅਮ ਦੇ ਆਕਸਾਈਡ ਦਾ ਸੁਭਾਅ ਖਾਰਾ ਹੁੰਦਾ ਹੈ, ਠੀਕ ਹੈ ਜੀ। ਜੇਕਰ ਤੇ ਲਾਲ ਲਿਟਮਸ ਨੀਲਾ ਹੋ ਜਾਊਗਾ, ਦੈਟਸ ਮੀਨ ਉਹ ਕੀ ਹੈ ਜੀ, ਉਹਦਾ ਸੁਭਾਅ ਕਿੱਦਾਂ ਹੁੰਦਾ? ਖਾਰਾ ਸੁਭਾਅ ਹੈ। ਇਹ ਸਾਨੂੰ ਪਤਾ ਕਿੱਥੋਂ ਚੱਲ ਰਿਹਾ ਜੀ? ਲਿਟਮਸ ਪੇਪਰ ਤੋਂ। ਅਧਾਤਾਂ ਦੀ ਆਕਸੀਜਨ ਨਾਲ ਪ੍ਰਤੀਕਿਰਿਆ। ਆਮ ਤੌਰ ਤੇ ਅਧਾਤਾਂ ਦੇ ਆਕਸਾਈਡ ਤੇਜ਼ਾਬੀ ਸੁਭਾਅ ਦੇ ਹੁੰਦੇ ਹਨ। ਅਧਾਤਾਂ ਕਿਹੜੇ ਸੁਭਾਅ ਦੀਆਂ ਹੁੰਦੀਆਂ ਨੇ? ਤੇਜ਼ਾਬੀ ਸੁਭਾਅ ਦੀਆਂ ਹੁੰਦੀਆਂ ਨੇ। ਅਧਾਤ ਸਲਫਰ ਤੇ ਆਕਸੀਜਨ ਦੀ ਪ੍ਰਤੀਕਿਰਿਆ ਨਾਲ ਬਣਨ ਵਾਲੀ ਉਪਜ ਦਾ ਨਾਂ ਸਲਫਰ ਡਾਈਆਕਸਾਈਡ ਗੈਸ ਹੈ। ਕਹਿੰਦਾ ਹੈ ਜੀ ਜਦੋਂ ਅਸੀਂ ਸਲਫਰ ਤੇ ਆਕਸੀਜਨ ਦੀ ਪ੍ਰਤੀਕਿਰਿਆ ਕਰਦੇ ਹਾਂ ਪਾਣੀ ਦੇ ਨਾਲ, ਤੇ ਕਿਹੜੀ ਗੈਸ ਬਣਦੀ ਹੈ ਜੀ? ਸਲਫਿਊਰਿਕ ਐਸਿਡ। ਪਰ ਜੇਕਰ ਸਲਫਰ ਦੀ ਆਕਸੀਜਨ ਨਾਲ ਕਿਰਿਆ ਕਰੋ ਤਾਂ ਕੀ ਬਣਦਾ ਹੈ ਜੀ? ਸਲਫਰ ਡਾਈਆਕਸਾਈਡ। ਤਾਂ ਲਿਖਿਆ ਜੀ ਜੇ ਸਲਫਰ ਨੂੰ ਆਕਸੀਜਨ ਨਾਲ ਕਿਰਿਆ ਕਰੋ ਤਾਂ ਕੀ ਬਣਦਾ? ਸਲਫਰ ਪਲੱਸ ਆਕਸੀਜਨ ਇਜ਼ ਇਕੁਅਲ ਟੂ ਸਲਫਰ ਡਾਈਆਕਸਾਈਡ। ਜੇਕਰ ਇਹੀ ਸਲਫਰ ਡਾਈਆਕਸਾਈਡ ਨੂੰ ਪਾਣੀ ਦੇ ਨਾਲ ਕਿਰਿਆ ਕਰੋ ਤਾਂ ਕੀ ਬਣਦਾ ਹੈ ਜੀ? सल्फर डाइऑक्साइड SO2 प्लस पानी H2O, की बनेगा जी सल्फ्यूरिक एसिड H2SO3। सल्फ्यूरिक एसिड नीले लिटमस ਨੂੰ ਲਾਲ ਕਰਦਾ ਹੈ ਜਿਸ ਨਾਲ ਅਧਾਤ ਦੇ ਤੇਜ਼ਾਬੀ ਹੋਣ ਦਾ ਪਤਾ ਲੱਗਦਾ ਹੈ। ਇਸ 'ਚ ਉਲਟ ਹੋਏਗਾ ਜੀ, ਇਹ 'ਚ ਨੀਲਾ ਲਿਟਮਸ ਕੀ ਹੋ ਜਾਏਗਾ? ਲਾਲ ਹੋ ਜਾਏਗਾ। ਜੇ ਨੀਲਾ ਲਿਟਮਸ ਲਾਲ ਹੋ ਗਿਆ ਦੈਟਸ ਮੀਨ ਉਹ ਕੀ ਹੈ ਜੀ? ਤੇਜ਼ਾਬੀ ਹੈ। ਪਰ ਜੇਕਰ ਲਾਲ ਲਿਟਮਸ ਨੀਲਾ ਹੁੰਦਾ ਦੈਟਸ ਮੀਨ ਉਹ ਕੀ ਹੈ ਜੀ? ਉਹ ਖਾਰਾ ਹੈ। ਸਾਨੂੰ ਪਤਾ ਚੱਲ ਰਿਹਾ ਜੀ ਅਧਾਤਾਂ ਤੇਜ਼ਾਬੀ ਹੁੰਦੀਆਂ ਨੇ ਤੇ ਧਾਤਾਂ ਖਾਰੀਆਂ ਹੁੰਦੀਆਂ ਨੇ। ਹੁਣ ਸਾਰੀ ਵੀਡੀਓ ਨੂੰ ਧਿਆਨ ਨਾਲ ਫਿਰ ਦੁਬਾਰਾ ਸੁਣੋ, ਪੜ੍ਹੋ ਅਤੇ ਵੇਖੋ। ਜੋ ਮੈਂ ਤੁਹਾਨੂੰ ਕੰਮ ਦੇ ਰਹੀ ਹਾਂ ਜੀ ਤੁਹਾਨੂੰ ਆਪਣੇ ਆਪ ਸਮਝ ਆ ਜਾਵੇਗਾ। ਇਹ ਸਾਰਾ ਕੰਮ ਤੁਸੀਂ ਆਪਣੀ ਸਾਇੰਸ ਦੀ ਨੋਟਬੁੱਕ 'ਤੇ ਕਰਨਾ ਹੈ। ਹਾਂਜੀ, ਪਹਿਲਾ ਕੁਐਸਚਨ ਕੀ ਹੈ? ਇਹਨਾਂ ਵਿੱਚੋਂ ਕਿਹੜਾ ਪਦਾਰਥ ਅਧਾਤ ਹੈ? ਲੋਹਾ, ਕਾਰਬਨ, ਸੋਨਾ, ਕੈਲਸ਼ੀਅਮ। ਸੈਕਿੰਡ ਕੁਐਸਚਨ ਕੀ ਹੈ ਜੀ? ਕਿਹੜੀ ਧਾਤ ਕਮਰੇ ਦੇ ਤਾਪਮਾਨ ਤੇ ਤਰਲ ਅਵਸਥਾ ਵਿੱਚ ਹੁੰਦੀ ਹੈ? ਕਾਪਰ, ਮਰਕਰੀ, ਸਿਲਵਰ, ਸੋਡੀਅਮ। ਤੀਜਾ ਕੁਐਸਚਨ ਹੇਠ ਲਿਖਿਆਂ ਵਿੱਚੋਂ ਕਿਸ ਨੂੰ ਕੁੱਟ ਕੇ ਚਾਦਰਾਂ ਵਿੱਚ ਪਰਿਵਰਤਿਤ ਕੀਤਾ ਜਾ ਸਕਦਾ ਹੈ? ਜ਼ਿੰਕ, ਫਾਸਫੋਰਸ, ਸਲਫਰ, ਆਕਸੀਜਨ। ਚੌਥਾ ਕੁਐਸਚਨ ਕੀ ਹੈ ਜੀ? ਖਚੀਨ ਯੋਗਤਾ ਕੀ ਹੈ? ਤੁਸੀਂ ਉਹਦੇ ਬਾਰੇ ਦੱਸਣਾ ਹੈ। ਪੰਜਵਾਂ ਕੁਐਸਚਨ ਕੁਟੀਨ ਯੋਗਤਾ ਕੀ ਹੈ? ਤੁਸੀਂ ਉਹ ਦੱਸਣੀ ਹੈ। ਛੇਵਾਂ ਕੁਐਸਚਨ ਅਧਾਤਾਂ ਤੇ ਧਾਤਾਂ ਵਿੱਚ ਕੋਈ ਤਿੰਨ ਅੰਤਰ ਦੱਸੋ। ਕੋਈ ਵੀ ਤਿੰਨ ਤੁਸੀਂ ਆਪਣੇ ਡਿਫਰੈਂਸ ਬਣਾ ਕੇ ਲਾਈਨ ਮਾਰ ਕੇ ਲਿਖਣੇ, ਇੱਧਰ ਧਾਤਾਂ ਇੱਧਰ ਅਧਾਤਾਂ। ਓਕੇ ਜੀ, ਥੈਂਕ ਯੂ ਬੇਟਾ ਜੀ।